ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਐਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਤੋਂ ਪਹਿਲਾਂ ਚੋਣਵੀਆਂ ਖਬਰਾਂ। ਯੂਕੇ ਸਰਕਾਰ ਦਾ ਵੱਡਾ ਫੈਸਲਾ। 11 ਫਰਵਰੀ ਤੋਂ ਆਉਣ ਵਾਲੇ ਲੋਕਾਂ ਲਈ ਨੈਗੇਟਿਵ ਰਿਪੋਰਟ ਦੀ ਲੋੜ ਖਤਮ। ਕੈਨੇਡਾ ਨੇ ਪਤੀ ਪਤਨੀ ਅਤੇ ਬੱਚੇ ਦੀ ਸਪਾਂਸਰਸ਼ਿਪ ਲਈ ਨਵਾਂ ਇਮੀਗ੍ਰੇਸ਼ਨ ਐਪਲੀਕੇਸ਼ਨ ਟਰੈਕਰ ਕੀਤਾ ਲਾਂਚ। ਵਾਈਡਨ ਨੇ ਰੂਸ ਚੀਨ ਦੀ ਵੱਧਦੀ ਨੇੜਤਾ ਤੇ ਕੱਸਿਆ ਤੰਜ, ਕਿਹਾ ਕੋਈ ਨਵੀਂ ਨਹੀਂ ਗੱਲ। ਓਟਾਵਾ 'ਚ ਕੋਵਿਡ-19 ਪਾਬੰਦੀਆਂ ਨੂੰ ਲੈ ਕੇ ਪ੍ਰਦਰਸ਼ਨ ਦਰਮਿਆਨ ਐਮਰਜੈਂਸੀ ਦਾ ਐਲਾਨ। ਯੂਕਰੇਨ ਸਰਹੱਦ ਤੇ ਤਣਾਅ ਦਰਮਿਆਨ ਅਮਰੀਕਾ ਨੇ ਪੋਲੈਂਡ ਵਿੱਚ ਸੈਂਕੜੇ ਫੌਜੀਆਂ ਨੂੰ ਭੇਜਿਆ। ਅਮਰੀਕਾ ਦਾ ਵੱਡਾ ਦਾਅਵਾ, ਯੂਕਰੇਨ ਤੇ ਹਮਲਾ ਕਰਨ ਲਈ 70% ਰੂਸੀ ਸੈਨਾ ਤਿਆਰ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਕੋਰੋਨਾ ਦੇ ਘਟਦੇ ਮਾਮਲਿਆਂ ਤੇ ਚੱਲਦਿਆਂ ਯੂਕੇ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਹੁਣ ਇੱਥੇ ਪਹੁੰਚਣ ਵਾਲੇ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਭਾਰਤੀ ਨਾਗਰਿਕਾਂ ਨੂੰ 11 ਫਰਵਰੀ ਤੋਂ ਕੋਈ ਮੈਡੀਕਲ ਟੈਸਟ ਕਰਵਾਉਣ ਦੀ ਲੋੜ ਨਹੀਂ ਹੋਏਗੀ। ਹਾਲਾਂਕਿ ਉਹਨਾਂ ਨੂੰ ਅਜੇ ਵੀ ਇੱਕ ਯਾਤਰੀ ਲੋਕੇਟਰ ਫਾਰਮ ਭਰਨਾ ਹੋਏਗਾ। ਯੂਕੇ ਸਰਕਾਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਿਨ੍ਹਾਂ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਨਹੀਂ ਕੀਤਾ ਗਿਆ, ਉਹਨਾਂ ਨੂੰ ਰਵਾਨਗੀ ਤੋਂ ਪਹਿਲਾਂ ਇੱਕ ਨੈਗੇਟਿਵ RT-PCR ਟੈਸਟ ਦੀ ਰਿਪੋਰਟ ਦੇਣੀ ਹੋਏਗੀ ਅਤੇ ਰਿਪੋਰਟ ਆਉਣ ਦੇ ਦੂਜੇ ਦਿਨ ਜਾਂ ਇਸ ਤੋਂ ਪਹਿਲਾਂ ਇੱਕ ਹੋਰ ਟੈਸਟ ਵੀ ਕਰਵਾਉਣਾ ਹੋਏਗਾ। ਕਿਸੇ ਵੀ ਯਾਤਰੀ ਨੂੰ ਪਹੁੰਚਣ ਤੇ ਸੈਲਫ ਆਈਸੋਲੇਸ਼ਨ ਦੀ ਲੋੜ ਨਹੀਂ ਹੋਏਗੀ ਅਤੇ ਅਜਿਹਾ ਸਿਰਫ ਤਾਂ ਹੀ ਕਰਨਾ ਪਏਗਾ ਜੇ ਉਹਨਾਂ ਦੀ ਰਿਪੋਰਟ ਪੋਜ਼ਿਟਿਵ ਆਉਂਦੀ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਯੂਕੇ ਵਿੱਚ ਪਹੁੰਚਣ ਵਾਲੇ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਯਾਤਰੀਆਂ ਲਈ ਸਾਰੇ ਟੈਸਟਿੰਗ ਉਪਾਅ 11 ਫਰਵਰੀ ਨੂੰ ਸਵੇਰੇ 4 ਵਜੇ ਤੋਂ ਹਟਾ ਦਿੱਤੇ ਜਾਣਗੇ, ਕਿਉਂਕਿ ਸਰਕਾਰ ਯਾਤਰਾ ਸੈਕਟਰ ਨੂੰ ਮੁੜ ਖੋਲ੍ਹਣ ਲਈ ਇੱਕ ਕਦਮ ਹੋਰ ਅੱਗੇ ਵਧ ਰਹੀ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਯਾਤਰਾ ਨਿਯਮਾਂ ਵਿੱਚ ਬਦਲਾਅ ਵਿਦਿਅਕ ਸੰਸਥਾਵਾਂ ਲਈ ਫਰਵਰੀ ਦੇ ਅੱਧੇ ਕਾਰਜਕਾਲ ਤੋਂ ਪਹਿਲਾਂ ਕੀਤੇ ਜਾਣਗੇ ਅਤੇ ਬ੍ਰਿਟੇਨ ਦੇ ਬੂਸਟਰ ਪ੍ਰੋਗਰਾਮ ਦੀ ਸਫਲਤਾ ਦੀ ਪਾਲਣਾ ਕਰਨਗੇ। ਯੂਕੇ ਸਰਕਾਰ ਦੇਸ਼ ਵਿੱਚ ਕੋਵਿਡ-19 ਵੈਕਸੀਨ ਅਤੇ ਬੂਸਟਰ ਰੋਲ ਆਊਟ ਦੀ ਸਫਲਤਾ ਕਰਕੇ ਯਾਤਰਾ ਪਾਬੰਦੀਆਂ ਦੀ ਗਿਣਤੀ ਨੂੰ ਘਟਾਉਣ ਦੇ ਸਮਰੱਥ ਹੈ। ਕੈਨੇਡਾ ਨੇ ਇੱਕ ਆਨਲਾਈਨ ਪੋਰਟਲ ਸ਼ੁਰੂ ਕੀਤਾ ਹੈ ਜਿੱਥੇ ਪਤੀ ਪਤਨੀ ਅਤੇ ਬਾਲ ਸਪਾਂਸਰਸ਼ਿਪ ਬਿਨੇਕਾਰ ਆਪਣੀ ਇਮੀਗ੍ਰੇਸ਼ਨ ਅਰਜ਼ੀ ਨੂੰ ਆਨਲਾਈਨ ਟਰੈਕ ਕਰ ਸਕਦੇ ਨੇ। ਟਰੈਕਰ ਸਰਕਾਰੀ ਵੈਬਸਾਈਟ ਤੇ ਪਾਇਆ ਜਾ ਸਕਦਾ ਹੈ। ਇਹ ਵਰਤਮਾਨ ਵਿੱਚ ਸਿਰਫ ਉਹਨਾਂ ਲੋਕਾਂ ਲਈ ਹੈ ਜੋ ਪਤੀ ਪਤਨੀ, ਕਾਮਨ ਲਾਅ ਅਤੇ ਨਿਰਭਰ ਚਾਈਲਡ ਸਪਾਂਸਰਸ਼ਿਪ ਲਈ ਅਰਜ਼ੀ ਦੇ ਰਹੇ ਨੇ। ਇਹ ਬਿਨੇਕਾਰਾਂ ਦੇ ਨਾਲ-ਨਾਲ ਪ੍ਰਤੀਨਿਧਾਂ ਲਈ ਵੀ ਉਪਲਬਧ ਹੈ। ਇਮੀਗ੍ਰੇਸ਼ਨ ਰਿਫਿਊਜ਼ੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਆਨਲਾਈਨ ਫਾਰਮ ਤੇ ਨੋਟ ਕਰਦਾ ਹੈ ਕਿ IRCCC ਅਫਸਰਾਂ ਦੁਆਰਾ ਕੋਈ ਅੰਤਿਮ ਫੈਸਲਾ ਲੈਣ ਤੋਂ ਪਹਿਲਾਂ ਕਿਸੇ ਵੀ ਸਮੇਂ ਟਰੈਕਰ ਦੀ ਜਾਣਕਾਰੀ ਬਦਲ ਸਕਦੀ ਹੈ। ਇਹ ਵੀ ਕਹਿੰਦਾ ਹੈ ਕਿ ਸਪਾਂਸਰਸ਼ਿਪ ਐਪਲੀਕੇਸ਼ਨਾਂ ਦੀ ਅਸਲ ਪ੍ਰਗਤੀ ਅਤੇ ਟਰੈਕਰ ਵਿੱਚ ਦਿਖਾਈ ਗਈ ਜਾਣਕਾਰੀ ਵਿੱਚ ਕੁਝ ਦੇਰੀ ਜਾਂ ਅੰਤਰ ਹੋ ਸਕਦੇ ਨੇ। ਕੈਨੇਡੀਅਨ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਇਸ ਹਫ਼ਤੇ ਦੇ ਸ਼ੁਰੂ ਵਿੱਚ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਦੁਆਰਾ ਟਰੈਕਰ ਦੀ ਘੋਸ਼ਣਾ ਕੀਤੀ ਗਈ ਸੀ। ਇੱਕ ਸਰਕਾਰੀ ਮੀਡੀਆ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਅਸੀਂ ਸਮਝਦੇ ਹਾਂ ਕਿ ਗਾਹਕ ਆਪਣੀਆਂ ਕੇਸ ਫਾਈਲਾਂ ਤੇ ਸਥਿਤੀ ਅਪਡੇਟ ਤੱਕ ਆਸਾਨ ਪਹੁੰਚਾਉਂਦੇ ਹਨ। ਇਸ ਲਈ ਅਸੀਂ ਫਰਵਰੀ 2022 ਵਿੱਚ ਪਤੀ ਪਤਨੀ ਅਤੇ ਨਿਰਭਰ ਲੋਕਾਂ ਲਈ ਇੱਕ ਨਵਾਂ ਸਥਾਈ ਨਿਵਾਸ ਐਪਲੀਕੇਸ਼ਨ ਟਰੈਕਰ ਵੀ ਪੇਸ਼ ਕਰਾਂਗੇ ਤਾਂ ਜੋ ਗਾਹਕ ਆਸਾਨੀ ਨਾਲ ਆਪਣੀ ਅਰਜ਼ੀ ਦੀ ਜਾਣਕਾਰੀ ਅਤੇ ਸਥਿਤੀ ਨੂੰ ਆਨਲਾਈਨ ਐਕਸੈਸ ਕਰ ਸਕਣ। ਸਰਕਾਰ 2022 ਦੀਆਂ ਗਰਮੀਆਂ ਵਿੱਚ ਹੋਰ ਭਵਿੱਖੀ ਪ੍ਰਵਾਸੀਆਂ ਲਈ ਆਨਲਾਈਨ ਅਰਜ਼ੀਆਂ ਦਾ ਵਿਸਤਾਰ ਕਰਨਾ ਚਾਹੁੰਦੀ ਹੈ। ਵਧੇਰੇ ਆਨਲਾਈਨ ਅਰਜ਼ੀ ਪ੍ਰਕਿਰਿਆਵਾਂ ਵਿੱਚ ਤਬਦੀਲੀ ਦਾ ਉਦੇਸ਼ ਕਾਗਜ਼ੀ ਅਰਜ਼ੀਆਂ ਅਤੇ ਮਹਾਮਾਰੀ ਨਾਲ ਜੁੜੀਆਂ ਪ੍ਰਕਿਰਿਆਵਾਂ ਵਿੱਚ ਦੇਰੀ ਨੂੰ ਘਟਾਉਣਾ ਹੈ। ਰਿਲੀਜ਼ ਵਿੱਚ ਸਰਕਾਰ ਨੇ ਲਿਖਿਆ ਕਿ ਅੱਜ ਤੱਕ ਦੀਆਂ ਕੋਸ਼ਿਸ਼ਾਂ ਨੇ ਨਵੇਂ ਪਤੀ ਪਤਨੀ ਸਪਾਂਸਰਸ਼ਿਪ ਬਿਨੇਕਾਰਾਂ ਨੂੰ 12 ਮਹੀਨਿਆਂ ਦੇ ਸੇਵਾ ਮਿਆਰ ਤੇ ਵਾਪਸ ਲੈਣ ਲਈ ਔਸਤ ਪ੍ਰਕਿਰਿਆ ਦੇ ਸਮੇਂ ਦੀ ਆਗਿਆ ਦਿੱਤੀ ਹੈ। ਕੈਨੇਡਾ ਵਪਾਰ ਦੀਆਂ ਸਾਰੀਆਂ ਲਾਈਨਾਂ ਵਿੱਚ ਇਮੀਗ੍ਰੇਸ਼ਨ ਅਰਜ਼ੀਆਂ ਵਿੱਚ ਇੱਕ ਬੈਕਲੌਗ ਦਾ ਅਨੁਭਵ ਕਰ ਰਿਹਾ ਹੈ। ਦਸੰਬਰ 2021 ਤੱਕ 54,683 ਪਤੀ ਪਤਨੀ ਸਪਾਂਸਰਸ਼ਿਪ ਬਿਨੇਕਾਰ ਅਤੇ 8,848 ਬੱਚੇ ਹੋਰ ਪਰਿਵਾਰਕ ਸ਼੍ਰੇਣੀਆਂ ਦੇ ਬਿਨੇਕਾਰ ਫੈਸਲੇ ਦੀ ਉਡੀਕ ਕਰ ਰਹੇ ਸਨ। ਯੂਕਰੇਨ ਨਾਲ ਵੱਧਦੇ ਤਣਾਅ ਤੋਂ ਬਾਅਦ ਰੂਸ ਤੇ ਚੀਨ ਨਾਲ ਨਵੇਂ ਗੱਠਜੋੜ ਦੀਆਂ ਰਿਪੋਰਟਾਂ ਦੇ ਵਿਚਕਾਰ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦਾ ਬਿਆਨ ਆਇਆ। ਬਾਈਡਨ ਨੇ ਰੂਸ ਚੀਨ ਦੀ ਵੱਧਦੀ ਨੇੜਤਾ ਨੂੰ ਪੁਰਾਣੀ ਦੱਸਿਆ। ਅਮਰੀਕੀ ਰਾਸ਼ਟਰਪਤੀ ਨੇ ਐਤਵਾਰ ਨੂੰ ਕਿਹਾ ਕਿ ਚੀਨੀ ਤੇ ਰੂਸੀ ਦੇਸ਼ਾਂ ਦੇ ਮੁਖੀਆਂ ਨੇ ਪਿਛਲੇ ਹਫ਼ਤੇ ਬੀਜਿੰਗ ਵਿੱਚ ਮੁਲਾਕਾਤ ਤੋਂ ਬਾਅਦ ਆਪਣੇ ਦੇਸ਼ਾਂ ਵਿਚਾਲੇ ਦੋਸਤੀ ਦੀ ਪੁਸ਼ਟੀ ਕੀਤੀ, ਪਰ ਅਜਿਹਾ ਕੁਝ ਵੀ ਨਵਾਂ ਨਹੀਂ ਹੈ। ਪੱਤਰਕਾਰਾਂ ਦੁਆਰਾ ਪੁੱਛੇ ਜਾਣ ਤੇ ਕਿ ਰੂਸ ਦੇ ਚੀਨ ਦੇ ਬਹੁਤ ਨੇੜੇ ਆਉਣ ਤੋਂ ਚਿੰਤਤ ਸਨ, ਬਾਈਡਨ ਨੇ ਕਿਹਾ ਕਿ ਚਿੰਤਾ ਕਰਨ ਦੀ ਕੋਈ ਨਵੀਂ ਗੱਲ ਨਹੀਂ। ਜ਼ਿਕਰਯੋਗ ਹੈ ਕਿ ਬਾਈਡਨ ਦਾ ਇਹ ਬਿਆਨ
ਸ਼ੁੱਕਰਵਾਰ ਨੂੰ ਬੀਜਿੰਗ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਮੁਲਾਕਾਤ ਤੋਂ ਬਾਅਦ ਆਇਆ। ਚੀਨੀ ਵਿਦੇਸ਼ ਮੰਤਰਾਲੇ ਦੇ ਅਨੁਸਾਰ ਦੋਵਾਂ ਰਾਸ਼ਟਰਪਤੀਆਂ ਨੇ ਚੀਨ-ਰੂਸ ਦੇ ਸੰਬੰਧ ਤੇ ਅੰਤਰਰਾਸ਼ਟਰੀ ਰਣਨੀਤਿਕ ਸੁਰੱਖਿਆ ਅਤੇ ਸਥਿਰਤਾ ਨਾਲ ਜੁੜੇ ਪ੍ਰਮੁੱਖ ਮੁੱਦਿਆਂ ਤੇ ਡੂੰਘਾਈ ਨਾਲ ਚਰਚਾ ਕੀਤੀ। ਦਰਅਸਲ ਬੀਜਿੰਗ ਓਲੰਪਿਕ ਖੇਡਾਂ ਦੇ ਜਸ਼ਨਾਂ ਦਾ ਹਿੱਸਾ ਬਣਨ ਗਏ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਵੱਡਾ ਸਮਝੌਤਾ ਹੋਇਆ ਹੈ। ਇਹ ਸੌਦਾ ਗੈਸ ਅਤੇ ਤੇਲ ਦੀ ਸਪਲਾਈ ਨਾਲ ਸੰਬੰਧਿਤ ਹੈ। ਇਹ ਧਿਆਨ ਦੇਣ ਯੋਗ ਹੈ ਕਿ ਪੂਰੇ ਯੂਰਪ ਨੂੰ ਜ਼ਿਆਦਾਤਰ ਗੈਸ ਅਤੇ ਤੇਲ ਦੀ ਸਪਲਾਈ ਰੂਸ ਤੋਂ ਆਉਂਦੀ ਹੈ, ਪਰ ਹਾਲ ਹੀ ਦੇ ਦਿਨਾਂ ਵਿੱਚ ਯੂਕਰੇਨ ਨਾਲ ਤਣਾਅ ਵਧਣ ਅਤੇ ਅਮਰੀਕਾ ਦੇ ਇਸ ਵਿੱਚ ਕੁੱਦਣ ਨਾਲ ਸਥਿਤੀ ਬਦਲ ਗਈ ਹੈ। ਇਸ ਕਾਰਨ ਰੂਸ ਆਪਣੇ ਵਪਾਰਕ ਭਾਈਵਾਲਾਂ ਵਜੋਂ ਨਵੇਂ ਵਿਕਲਪਾਂ ਦੀ ਤਲਾਸ਼ ਕਰ ਰਿਹਾ ਹੈ। ਕੈਨੇਡਾ ਦੀ ਰਾਜਧਾਨੀ ਓਟਾਵਾ ਦੇ ਮੇਅਰ ਜਿਮ ਵਾਟਸਨ ਨੇ ਐਤਵਾਰ ਨੂੰ ਓਟਾਵਾ ਵਿੱਚ ਕੋਵਿਡ-19 ਪਾਬੰਦੀਆਂ ਕਾਰਨ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ। ਇਸ ਦੌਰਾਨ ਕੈਨੇਡਾ ਵਿੱਚ ਇੱਕ ਸਾਬਕਾ ਅਮਰੀਕੀ ਰਾਜਦੂਤ ਨੇ ਕਿਹਾ ਕਿ ਅਮਰੀਕੀ ਸਮੂਹਾਂ ਨੂੰ ਕੈਨੇਡਾ ਦੇ ਘਰੇਲੂ ਮਾਮਲਿਆਂ ਵਿੱਚ ਦਾਖਲ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ। ਮੇਅਰ ਜਿਮ ਵਾਟਸਨ ਨੇ ਕਿਹਾ ਕਿ ਇਹ ਘੋਸ਼ਣਾ ਸਰਕਾਰ ਤੇ ਵੱਖ-ਵੱਖ ਪੱਧਰਾਂ ਤੋਂ ਸਹਿਯੋਗ ਦੀ ਜ਼ਰੂਰਤ ਨੂੰ ਦਰਸਾਉਂਦੀ ਹੈ। ਇਸ ਨਾਲ ਸ਼ਹਿਰ ਨੂੰ ਸੇਵਾਵਾਂ ਦੀ ਖਰੀਦ ਅਤੇ ਸਪਲਾਈ ਲਈ ਵਾਧੂ ਸਹਾਇਤਾ ਮਿਲੇਗੀ, ਜਿਸ ਨਾਲ ਫਰੰਟ ਲਾਈਨ ਕਰਮਚਾਰੀਆਂ ਲਈ ਲੋੜੀਂਦੇ ਉਪਕਰਣ ਖਰੀਦਣ ਵਿੱਚ ਮਦਦ ਮਿਲ ਸਕਦੀ ਹੈ। ਓਟਾਵਾ ਵਿੱਚ ਵੀਕਐਂਡ ਤੋਂ ਹਜ਼ਾਰਾਂ ਪ੍ਰਦਰਸ਼ਨਕਾਰੀ ਸੜਕਾਂ ਤੇ ਉਤਰ ਆਏ। ਸ਼ਹਿਰ ਵਿੱਚ ਪਿਛਲੇ ਹਫ਼ਤੇ ਤੋਂ ਹੀ ਲੋਕ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ। ਪਾਬੰਦੀਆਂ ਦਾ ਵਿਰੋਧ ਕਰ ਰਹੇ ਆਜ਼ਾਦੀ ਟਰੱਕ ਕਾਫਲੇ ਨੂੰ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਮੇਤ ਯੂਐਸ ਰਿਪਬਲਿਕਨ ਪਾਰਟੀ ਦੇ ਕਈ ਨੇਤਾਵਾਂ ਦਾ ਸਮਰਥਨ ਪ੍ਰਾਪਤ ਹੋਇਆ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਵਿੱਚ ਕੈਨੇਡਾ ਦੇ ਰਾਜਦੂਤ ਰਹੇ ਬਰੂਸ ਹੀਮੈਨ ਨੇ ਟਵੀਟ ਕੀਤਾ, ਅਮਰੀਕਾ ਵਿੱਚ ਕਿਸੇ ਵੀ ਸਮੂਹ ਨੂੰ ਕਿਸੇ ਵੀ ਸਥਿਤੀ ਵਿੱਚ ਕੈਨੇਡਾ 'ਚ ਵਿਘਨ ਪੈਦਾ ਕਰਨ ਦੀਆਂ ਗਤੀਵਿਧੀਆਂ ਲਈ ਫੰਡ ਨਹੀਂ ਦੇਣਾ ਚਾਹੀਦਾ। ਹੀਮੈਨ ਨੇ ਕਿਹਾ ਕਿ ਰਿਪਬਲਿਕਨ ਰੂਸ ਦੀ ਬਜਾਏ ਕੈਨੇਡਾ ਦੇ ਘਟਨਾਕ੍ਰਮ ਨੂੰ ਲੈ ਕੇ ਜ਼ਿਆਦਾ ਚਿੰਤਤ ਨਜ਼ਰ ਆਉਂਦੇ ਨੇ। ਯੂਕਰੇਨ ਨਾਲ ਲੱਗਦੀ ਸਰਹੱਦ ਨੇੜੇ ਦੱਖਣੀ ਪੂਰਬੀ ਪੋਲੈਂਡ ਵਿੱਚ ਐਤਵਾਰ ਨੂੰ ਸੈਂਕੜੇ ਅਮਰੀਕੀ ਫੌਜੀ ਪਹੁੰਚੇ। ਰਾਸ਼ਟਰਪਤੀ ਜੋ ਬਾਈਡਨ ਨੇ ਯੂਕਰੇਨ ਤੇ ਰੂਸ ਦੇ ਹਮਲਾਵਰ ਦੇ ਖਦਸ਼ੇ ਨੂੰ ਦਰਮਿਆਨ ਉੱਥੇ 1700 ਫੌਜੀਆਂ ਨੂੰ ਤਾਇਨਾਤ ਕਰਨ ਦਾ ਹੁਕਮ ਦਿੱਤਾ। ਅਮਰੀਕੀ ਫੌਜ ਦੇ ਬੋਇੰਗ C-17 ਗਲੋਬਸਟਰ ਜਹਾਜ਼ ਵਿੱਚ ਸਵਾਰ ਹੋ ਕੇ 82ਵੀਂ ਏਅਰਬੋਰਨ ਡਿਵੀਜ਼ਨ ਦੀ ਏਅਰਬੋਰਨ ਇਨਫੈਂਟਰੀ ਦੇ ਫੌਜੀ ਜੇਸੋਬ ਜੇਸੋਨਕਾ ਹਵਾਈ ਅੱਡੇ ਤੇ ਪਹੁੰਚੇ। ਉਹਨਾਂ ਦਾ ਕਮਾਂਡਰ ਮੇਜਰ ਜਨਰਲ ਕ੍ਰਿਸਟੋਫਰ ਡੇਨਾਹੂ ਜੋ 30 ਅਗਸਤ ਨੂੰ ਅਫਗਾਨਿਸਤਾਨ ਛੱਡਣ ਵਾਲਾ ਆਖਰੀ ਅਮਰੀਕੀ ਫੌਜੀ ਸੀ। ਬਾਈਡਨ ਨੇ ਪੋਲੈਂਡ, ਰੋਮਾਨੀਆ ਅਤੇ ਜਰਮਨੀ ਵਿੱਚ ਵਾਧੂ ਅਮਰੀਕੀ ਫੌਜੀ ਤਾਇਨਾਤ ਕਰਨ ਦਾ ਹੁਕਮ ਦਿੱਤਾ ਹੈ ਤਾਂ ਕਿ ਸਹਿਯੋਗੀਆਂ ਅਤੇ ਦੁਸ਼ਮਣਾਂ ਦੋਵਾਂ ਨੂੰ ਰੂਸ ਅਤੇ ਯੂਕਰੇਨ ਵਿੱਚ ਵੱਧਦੇ ਤਣਾਅ ਦਰਮਿਆਨ ਨਾਟੋ ਦੇ ਪੂਰਬੀ ਹਿੱਸੇ ਦੇ ਪ੍ਰਤੀ ਅਮਰੀਕਾ ਦੀ ਵਚਨਬੱਧਤਾ ਨੂੰ ਦਿਖਾਇਆ ਜਾ ਸਕੇ। ਨਾਟੋ ਦੇ ਪੂਰਬੀ ਮੈਂਬਰ ਪੋਲੈਂਡ ਦੀ ਸਰਹੱਦ ਰੂਸ ਅਤੇ ਯੂਕਰੇਨ ਦੋਵਾਂ ਨਾਲ ਲੱਗਦੀ ਹੈ। ਰੋਮਾਨੀਆ ਦੀ ਸਰਹੱਦ ਯੂਕਰੇਨ ਨਾਲ ਲੱਗਦੀ ਹੈ। ਪੋਲੈਂਡ 'ਚ 2017 ਤੋਂ ਕਰੀਬ 4000 ਅਮਰੀਕੀ ਫੌਜੀ ਤਾਇਨਾਤ ਨੇ। ਅਮਰੀਕੀ ਅਧਿਕਾਰੀਆਂ ਮੁਤਾਬਕ ਆਉਣ ਵਾਲੇ ਹਫ਼ਤਿਆਂ 'ਚ ਯੂਕਰੇਨ ਤੇ ਹਮਲਾ ਕਰਨ ਲਈ ਰੂਸ ਲੋੜੀਂਦੀ 70% ਮਿਲਟਰੀ ਸਮਰੱਥਾ ਨਾਲ ਪੂਰੀ ਤਰ੍ਹਾਂ ਤਿਆਰ ਹੈ। ਵਾਸ਼ਿੰਗਟਨ ਪੋਸਟ ਨੇ ਮੁਲਾਂਕਣ ਤੋਂ ਜਾਣੂ ਲੋਕਾਂ ਦੇ ਹਵਾਲੇ ਨਾਲ ਕਿਹਾ ਕਿ ਉੱਥੇ 83 ਰੂਸੀ ਬਟਾਲੀਅਨ ਸਮਾਰਕ ਗਰੁੱਪ ਹਨ। ਹਰੇਕ ਸਮੂਹ ਵਿੱਚ ਲਗਭਗ 750 ਸੈਨਿਕ ਸਨ ਜੋ ਸੰਭਾਵਤ ਹਮਲੇ ਲਈ ਤਿਆਰ ਸਨ। ਉਹਨਾਂ ਨੇ ਕਿਹਾ ਕਿ ਯੂਕਰੇਨ ਤੇ ਹਮਲਾ ਕਰਨ ਲਈ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਕੁੱਲ ਮਿਲਟਰੀ ਸਮਰੱਥਾ ਦੀ ਲਗਭਗ 70% ਦੀ ਤਾਕਤ ਦੀ ਲੋੜ ਹੋਏਗੀ। ਉੱਥੇ ਅਖਬਾਰ ਦਾ ਹਿੱਲ ਨੇ ਸੈਨੇਟਰ ਮਾਰਕਰ ਦੇ ਹਵਾਲੇ ਨਾਲ ਕਿਹਾ ਹੈ ਕਿ ਰੂਸ ਵੱਲੋਂ ਯੂਕਰੇਨ ਤੇ ਇੱਕ ਹਮਲਾ ਹੋਣ ਵਾਲਾ ਸੀ ਅਤੇ ਇਹ 1945 ਦੇ ਬਾਅਦ ਤੋਂ ਯੂਰਪ ਵਿੱਚ ਸਭ ਤੋਂ ਮਹੱਤਵਪੂਰਨ ਖਤਰਾ ਹੈ। ਇਸ ਤੋਂ ਪਹਿਲਾਂ ਯੂਕਰੇਨ ਵਿੱਚ ਸਵੈ ਘੋਸ਼ਿਤ ਲੁਹਾਨਸਕ ਪੀਪਲਜ਼ ਰਿਪਬਲਿਕ ਦੇ ਮਿਲੀਸ਼ੀਆ ਸੈਨਾ ਨੇ ਕਿਹਾ ਕਿ ਦੇਸ਼ ਦੇ ਸੈਨਾ ਦੇ ਬਖਤਰਬੰਦ ਵਾਹਨਾਂ ਨੂੰ ਐਤਵਾਰ ਨੂੰ ਡੋਨਬਾਸ ਵਿੱਚ ਲਾਈਨ ਆਫ ਕੰਟੈਕਟ ਨੇੜੇ ਕੀਵ ਵੱਲੋਂ ਕੰਟਰੋਲ ਮੁਰਾਟੋ ਪਿੰਡ ਨੇੜੇ ਤਾਇਨਾਤ ਕੀਤਾ ਗਿਆ ਹੈ। ਰੂਸ ਨੇ ਸੰਭਾਵਨਾ ਜਤਾਈ ਹੈ ਕਿ ਅਮਰੀਕਾ ਉਸਦੇ 28 ਡਿਪਲੋਮੈਟਾਂ ਨੂੰ ਜੁਲਾਈ ਤੱਕ ਦੇਸ਼ ਛੱਡਣ ਦਾ ਆਦੇਸ਼ ਦੇਗਾ। ਉੱਥੇ ਅਮਰੀਕਾ ਨੇ ਰੂਸੀ ਰਾਜਦੂਤ ਅਨਾਤੋਲੀ ਐਂਟੋਨੋਵ ਨੇ ਕਿਹਾ ਕਿ ਹਾਲਾਂਕਿ ਅਸੀਂ ਵਾਅਦਾ ਕੀਤਾ ਹੈ ਕਿ ਰੂਸ ਡਿਪਲੋਮੈਟਿਕ ਸੰਬੰਧਾਂ ਨੂੰ ਟੁੱਟਣ ਤੋਂ ਬਚਾਉਣ ਦੀ ਕੋਸ਼ਿਸ਼ ਕਰਦਾ ਰਹੇਗਾ। ਐਂਟੋਨੋਵ ਨੇ ਲਾਈਵ ਸ਼ੋਅ ਵਿੱਚ ਕਿਹਾ ਕਿ 28 ਹੋਰ ਰੂਸੀ ਡਿਪਲੋਮੈਟਾਂ ਨੂੰ 30 ਜੂਨ ਤੱਕ
ਅਮਰੀਕਾ ਛੱਡਣਾ ਹੋਏਗਾ। ਰਾਜਦੂਤ ਨੇ ਕਿਹਾ ਕਿ ਜਿਹੜੇ 29 ਰੂਸੀ ਡਿਪਲੋਮੈਟਾਂ ਨੂੰ ਪਿਛਲੇ ਸਾਲ ਨਵੰਬਰ ਵਿੱਚ ਇਸ ਜਨਵਰੀ ਦੇ ਅਖੀਰ ਤੱਕ ਅਮਰੀਕਾ ਛੱਡਣ ਲਈ ਕਿਹਾ ਗਿਆ ਸੀ, ਉਹਨਾਂ ਨੂੰ ਇੱਕ ਦਿਨ ਦੀ ਦੇਰੀ ਹੋਣ ਤੇ ਗ੍ਰਿਫਤਾਰ ਕਰਨ ਦੀ ਧਮਕੀ ਦਿੱਤੀ ਗਈ। ਇਹ ਪੁੱਛੇ ਜਾਣ ਤੇ ਕਿ ਦੋਵੇਂ ਦੇਸ਼ ਡਿਪਲੋਮੈਟਿਕ ਸੰਬੰਧ ਖਤਮ ਕਰਨ ਦੇ ਕੰਢੇ ਨੇ ਤਾਂ ਰਾਜਦੂਤ ਨੇ ਕਿਹਾ ਕਿ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅੱਗੇ ਦਾ ਫੈਸਲਾ ਕਰਨਗੇ। ਉਹਨਾਂ ਨੇ ਕਿਹਾ ਕਿ ਦੂਤਾਵਾਸ ਅਮਰੀਕਾ ਰੂਸੀ ਸੰਬੰਧਾਂ ਨੂੰ ਸੁਧਾਰ ਕਰਨ ਦੀ ਕੋਸ਼ਿਸ਼ ਕਰਦਿਆਂ ਕੰਮ ਕਰੇਗਾ। ਐਂਟੋਨੋਵ ਨੇ ਕਿਹਾ ਕਿ ਰੂਸੀ ਡਿਪਲੋਮੈਟਾਂ ਨੇ ਅਖੀਰੀ ਵਾਰ 3 ਫਰਵਰੀ ਨੂੰ ਬਿਆਨਾ ਵਿੱਚ ਆਪਣੇ ਅਮਰੀਕੀ ਹਮਰੁਤਬਿਆਂ ਨਾਲ ਮੁਲਾਕਾਤ ਕੀਤੀ ਸੀ, ਪਰ ਬੈਠਕ ਦਾ ਕੋਈ ਨਤੀਜਾ ਨਹੀਂ ਨਿਕਲਿਆ। ਉਹਨਾਂ ਨੇ ਕਿਹਾ ਕਿ ਰੂਸੀ ਸਹਿਯੋਗੀ ਇੱਕ ਸਕਾਰਾਤਮਕ ਪ੍ਰੋਗਰਾਮ ਨਾਲ ਉੱਥੇ ਗਏ ਸਨ, ਜਿਸ ਦਾ ਉਦੇਸ਼ ਪੂਰੀ ਤਰ੍ਹਾਂ ਨਾਲ ਅਮਰੀਕਾ ਅਤੇ ਰੂਸ ਵਿੱਚ ਡਿਪਲੋਮੈਟਿਕ ਕੰਮਾਂ ਦੀਆਂ ਸਾਰੀਆਂ ਸੀਮਾਵਾਂ ਨੂੰ ਹਟਾਉਣਾ, ਡਿਪਲੋਮੈਟਾਂ ਨੂੰ ਹਮੇਸ਼ਾ ਵਾਂਗ ਕੰਮ ਕਰਨ ਦੀ ਆਗਿਆ ਦੇਣਾ, ਵੀਜ਼ਾ ਬਾਰ ਨੂੰ ਖਤਮ ਕਰਨਾ ਅਤੇ ਸਾਡੇ ਡਿਪਲੋਮੈਟਿਕ ਮਿਸ਼ਨਾਂ ਦੇ ਕੰਮਾਂ ਨੂੰ ਬਹਾਲ ਕਰਨਾ ਸੀ। ਟੈਕਸਾਸ ਸੂਬੇ ਵਿੱਚ ਇੱਕ ਬੰਦੂਕਧਾਰੀ ਨੇ ਆਪਣੇ ਹੀ ਪਰਿਵਾਰ ਦੇ 4 ਲੋਕਾਂ ਦੀ ਹੱਤਿਆ ਕਰਨ ਤੋਂ ਬਾਅਦ ਪੁਲਿਸ ਦੇ ਪੁੱਜਣ ਤੋਂ ਪਹਿਲਾਂ ਹੀ ਖੁਦਕੁਸ਼ੀ ਕਰ ਲਈ। ਘਟਨਾ ਵਿੱਚ ਮਾਰੇ ਗਏ ਲੋਕਾਂ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ। ਪੁਲਿਸ ਨੇ ਸ਼ਨੀਚਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਕੋਰੂਸੀਕਾਨਾ ਪੁਲਿਸ ਮੁਖੀ ਰਾਬਰਟ ਨੇ ਕੋਰੂਸੀਕਾਨਾ ਡੇਲੀ ਸਨ ਨੂੰ ਦੱਸਿਆ ਹੈ ਕਿ ਡਲਾਸ ਦੇ ਦੱਖਣ ਵਿੱਚ ਲਗਭਗ 80 ਕਿਲੋਮੀਟਰ ਦੂਰ ਵਿੱਚ ਰਾਤ ਨੂੰ ਗੋਲਾਬਾਰੀ ਹੋਈ ਅਤੇ ਗੋਲਾਬਾਰੀ ਦੀ ਇੱਕ ਹੋਰ ਘਟਨਾ ਕੋਰੂਸੀਕਾਨਾ ਦੇ ਪੱਛਮ ਵਿੱਚ ਕਰੀਬ 32 ਕਿਲੋਮੀਟਰ ਦੂਰ ਫਰਾਸਟ ਵਿੱਚ ਵਾਪਰੀ। ਰਾਬਰਟ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਕੋਰੂਸੀਕਾਨਾ ਦਾ ਇੱਕ ਪੁਰਸ਼ ਅਤੇ ਮਹਿਲਾ ਅਤੇ ਫਰਾਸਟ ਵਿੱਚ ਇੱਕ ਪੁਰਸ਼ ਅਤੇ ਇੱਕ ਬੱਚਾ ਸ਼ਾਮਲ ਨੇ। ਕੋਰੂਸੀਕਾਨਾ ਵਿੱਚ ਗੋਲੀਬਾਰੀ ਵਿੱਚ 2 ਲੋਕ ਜ਼ਖਮੀ ਵੀ ਹੋਏ ਅਤੇ ਫਰਾਸਟ ਵਿੱਚ ਤੀਜਾ ਵਿਅਕਤੀ ਜ਼ਖਮੀ ਹੋਇਆ। ਅਥਾਰਟੀ ਵੱਲੋਂ ਮ੍ਰਿਤਕਾਂ ਦੇ ਨਾਂ ਅਤੇ ਉਮਰ ਨੂੰ ਜਨਤਕ ਨਹੀਂ ਕੀਤਾ ਗਿਆ। ਰਾਬਰਟ ਨੇ ਦੱਸਿਆ ਕਿ ਸ਼ੱਕੀ ਦੀ ਗੱਲ GPS ਦੀ ਮਦਦ ਨਾਲ ਮਿਲੀ ਹੈ ਅਤੇ ਇਸ ਦੇ ਇੰਜਣ ਨੂੰ ਬੰਦ ਕਰਨ ਦੇ ਲਈ ਪੁਲਿਸ ਨੇ ਮੋਨਟਰਿੰਗ ਸਰਵਿਸ ਦੀ ਮਦਦ ਲਈ। ਰਾਬਰਟ ਜੌਨਸਨ ਨੇ ਅੱਗੇ ਦੱਸਿਆ ਕਿ ਅਧਿਕਾਰੀਆਂ ਨੇ ਉਸ ਸ਼ੱਕੀ ਵਿਅਕਤੀ ਨੂੰ ਲੱਭਣ ਲਈ ਗੱਡੀ ਦਾ ਪਤਾ ਲਗਾਇਆ। ਸ਼ੱਕੀ ਦੇ ਸਿਰ ਤੇ ਸਾਫ਼ ਤੌਰ ਤੇ ਬੰਦੂਕ ਦੀ ਗੋਲੀ ਦਾ ਇੱਕ ਜ਼ਖਮ ਸੀ। ਬਾਅਦ ਵਿੱਚ ਹਸਪਤਾਲ 'ਚ ਉਸ ਦੀ ਮੌਤ ਹੋ ਗਈ। ਸ਼ੱਕੀ ਬੰਦੂਕਧਾਰੀ ਦਾ ਨਾਂ ਵੀ ਜਾਰੀ ਨਹੀਂ ਕੀਤਾ ਗਿਆ। ਕੈਨੇਡਾ 'ਚ ਮੈਨੀਟੋਬਾ ਸੂਬੇ ਦੀ ਰਾਜਧਾਨੀ ਵਿਨੀਪੈਗ ਵਿੱਚ ਕੋਵਿਡ-19 ਪਾਬੰਦੀਆਂ ਤੇ ਜ਼ਰੂਰੀ ਟੀਕਾਕਰਨ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਤੇ ਇੱਕ ਵਾਹਨ ਚੜ੍ਹ ਜਾਣ ਨਾਲ ਘੱਟੋ-ਘੱਟ 4 ਲੋਕ ਜ਼ਖਮੀ ਹੋ ਗਏ। ਵਿਨੀਪੈਗ ਪੁਲਿਸ ਨੇ ਕਿਹਾ ਕਿ ਹਿੱਟ ਐਂਡ ਰਨ ਦੀ ਘਟਨਾ ਸ਼ੁੱਕਰਵਾਰ ਰਾਤ ਦੀ ਹੈ। ਉਹਨਾਂ ਨੇ ਦੱਸਿਆ ਕਿ ਇੱਕ ਸੰਖੇਪ ਜਿਹੇ ਆਪਰੇਸ਼ਨ ਤੋਂ ਬਾਅਦ ਵਾਹਨ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਾਣਕਾਰੀ ਅਨੁਸਾਰ 3 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਹਨਾਂ ਦਾ ਮੌਕੇ ਤੇ ਹੀ ਇਲਾਜ ਕੀਤਾ ਗਿਆ, ਜਦਕਿ ਚੌਥੇ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ। ਪੁਲਿਸ ਦੇ ਅਨੁਸਾਰ ਗ੍ਰਿਫਤਾਰ ਕੀਤੇ ਗਏ 42 ਸਾਲਾ ਸ਼ੱਕੀ ਵਿਅਕਤੀ ਤੇ ਕਈ ਦੋਸ਼ ਨੇ। ਉਹ ਮੈਨੀਟੋਬਾ ਵਿਧਾਨ ਭਵਨ ਦੇ ਬਾਹਰ ਆਯੋਜਿਤ ਕੀਤੀ ਗਈ ਇਸ ਰੈਲੀ ਵਿੱਚ ਸ਼ਾਮਲ ਨਹੀਂ ਸੀ। ਜ਼ਿਕਰਯੋਗ ਹੈ ਕਿ ਕੈਨੇਡਾ 'ਚ ਕੋਵਿਡ-19 ਉਪਾਵਾਂ ਵਿਰੁੱਧ ਵਿਰੋਧ ਦਾ ਸਿਲਸਿਲਾ ਜਨਵਰੀ ਦੇ ਅਖੀਰ ਵਿੱਚ ਸ਼ੁਰੂ ਹੋਇਆ ਸੀ, ਜਦੋਂ ਹਜ਼ਾਰਾਂ ਟਰੱਕ ਅਤੇ ਹੋਰ ਪ੍ਰਦਰਸ਼ਨਕਾਰੀ ਅਮਰੀਕੀ ਕੈਨੇਡਾ ਸਰਹੱਦ ਪਾਰ ਕਰਨ ਵਾਲੇ ਟਰੱਕ ਡਰਾਈਵਰਾਂ ਲਈ ਜ਼ਰੂਰੀ ਟੀਕਾਕਰਨ ਦਾ ਸਖਤ ਵਿਰੋਧ ਕਰਦੇ ਹੋਏ ਓਟਾਵਾ 'ਚ ਇਕੱਠੇ ਹੋਏ। ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਹਨਾਂ ਦਾ ਪਰਿਵਾਰ ਕਿਸੇ ਸੁਰੱਖਿਅਤ ਜਗ੍ਹਾ ਤੇ ਰਹਿ ਰਿਹਾ ਹੈ। ਯੂਕੇ ਦੇ 100 ਤੋਂ ਵੱਧ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਸੰਸਥਾਵਾਂ, ਜਥੇਬੰਦੀਆਂ ਵੱਲੋਂ ਸਾਂਝਾ ਪੱਤਰ ਲਿਖ ਕੇ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਗਈ ਹੈ। ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਲਿਖੇ ਪੱਤਰ ਵਿੱਚ ਪ੍ਰਧਾਨ ਮੰਤਰੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਇਸ ਸਾਲ ਸੰਦੇਸ਼ ਜਾਰੀ ਨਾ ਕਰਨ, ਪ੍ਰੀਤੀ ਪਟੇਲ ਦੀਆਂ ਸਿੱਖ ਕੌਮ ਵਿਰੁੱਧ ਅਪਮਾਨਜਨਕ ਅਤੇ ਘਿਣਾਉਣੀਆਂ ਟਿੱਪਣੀਆਂ ਅਤੇ ਜਗਤਾਰ ਸਿੰਘ ਜੌਹਲ ਦੀ ਰਿਹਾਈ ਦੇ ਮਾਮਲੇ ਨੂੰ ਉਠਾਇਆ ਗਿਆ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ 19 ਨਵੰਬਰ 2021 ਨੂੰ ਜੋ ਬਾਈਡਨ, ਜਸਟਿਨ ਟਰੂਡੋ, ਸਕਾਟ ਮੋਰਿਸਨ, ਇਮਰਾਨ ਖਾਨ, ਨਰਿੰਦਰ ਮੋਦੀ ਆਦਿ ਸਮੇਤ ਦੁਨੀਆ ਭਰ ਦੇ ਨੇਤਾਵਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਸੰਦੇਸ਼ ਜਾਰੀ ਕੀਤੇ। ਕਈ ਸਾਲਾਂ ਬਾਅਦ ਪਹਿਲੀ ਵਾਰ 10 ਡਾਊਨਿੰਗ ਸਟਰੀਟ ਤੋਂ ਤੁਹਾਡੇ ਦੁਆਰਾ ਕੋਈ ਸੰਦੇਸ਼ ਜਾਰੀ ਕਿਉਂ ਨਹੀਂ ਕੀਤਾ ਗਿਆ ਸੀ? ਕਿਰਪਾ ਕਰਕੇ ਵਰਤਾਨਵੀ ਸਿੱਖ ਕੌਮ ਨੂੰ ਲਿਖਤੀ ਭਰੋਸਾ ਦਿਵਾਓ ਕਿ ਇਹ ਗਲਤੀ ਨਹੀਂ ਦੁਹਰਾਈ ਜਾਏਗੀ ਅਤੇ ਭਵਿੱਖ ਵਿੱਚ ਗੁਰਪੁਰਬ ਮੌਕੇ ਸਿੱਖ ਕੌਮ ਨਾਲ ਇੱਕ ਸੁਨੇਹਾ ਸਾਂਝਾ ਕੀਤਾ ਜਾਏਗਾ। ਇਸ ਦੇ ਨਾਲ ਹੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਗੁਰਪੁਰਬ ਮੌਕੇ ਅਮਰੀਕਾ ਵਿੱਚ ਹੈਰੀਟੇਜ ਫਾਊਂਡੇਸ਼ਨ ਨੂੰ ਜੋ ਭਾਸ਼ਣ ਦਿੱਤਾ ਸੀ, ਭਾਸ਼ਣ ਵਿੱਚ ਉਸਨੇ ਹਮਾਸ ਤੇ ਪਾਬੰਦੀ ਲਗਾਉਣ ਅਤੇ 4 ਕੱਟੜ ਸੱਜੇ ਪੱਖੀ ਸਮੂਹਾਂ ਤੇ ਪਾਬੰਦੀ ਲਗਾਉਣ ਬਾਰੇ ਗੱਲ ਕੀਤੀ ਹੈ, ਪਰ ਫਿਰ ਇਹ ਕਿਹਾ ਕਿ ਸਿੱਖ ਵੱਖਵਾਦੀ ਕੱਟੜਪੰਥੀ ਨੇ ਵੀ ਹਾਲ ਹੀ ਦੇ ਸਾਲਾਂ ਵਿੱਚ ਕਾਫੀ ਤਣਾਅ ਪੈਦਾ ਕੀਤਾ ਹੈ। ਸਿੱਖਾਂ ਦਾ ਇਹ ਹਵਾਲਾ ਡੂੰਘੇ ਅਪਮਾਨਜਨਕ ਵਾਲਾ ਹੈ ਅਤੇ ਇਸਨੇ ਬਰਤਾਨਵੀ ਸਿੱਖ ਭਾਈਚਾਰੇ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਯੂਕੇ ਦਾ
ਹਰ ਦੂਜਾ ਸੰਸਦ ਮੈਂਬਰ ਬ੍ਰਿਟਿਸ਼ ਸਿੱਖ ਦਾ ਵਰਣਨ ਕਰਦਿਆਂ ਇੱਕ ਰੋਲ ਮਾਡਲ ਭਾਈਚਾਰਾ ਆਖਦਾ ਹੈ। ਖਾਸ ਕਰਕੇ ਕਿਹਾ ਕਿ ਮਹਾਮਾਰੀ ਦੌਰਾਨ ਸਿੱਖ ਭਾਈਚਾਰੇ ਨੇ ਇੱਕ ਵਿਸ਼ਾਲ ਸਕਾਰਾਤਮਕ ਯੋਗਦਾਨ ਪਾਇਆ। ਸਿੱਖਾਂ ਨੇ ਮੰਗ ਕੀਤੀ ਹੈ ਕਿ ਗ੍ਰਹਿ ਮੰਤਰੀ ਅਤੇ ਉਸ ਦਾ ਭਾਸ਼ਣ ਲਿਖਣ ਵਾਲਿਆਂ ਨੂੰ ਤੁਰੰਤ ਮਾਫੀ ਮੰਗਣੀ ਚਾਹੀਦੀ ਹੈ ਤੇ ਉਸ ਨੂੰ ਸਿੱਖ ਭਾਈਚਾਰੇ ਪ੍ਰਤੀ ਅਪਮਾਨਜਨਕ ਟਿੱਪਣੀਆਂ ਅਤੇ ਕਾਰਵਾਈਆਂ ਲਈ ਅਸਤੀਫਾ ਦੇਣਾ ਚਾਹੀਦਾ ਹੈ ਜਾਂ ਬਰਖਾਸਤ ਕਰ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਜਗਤਾਰ ਸਿੰਘ ਜੌਲ ਦੀ ਰਿਹਾਈ ਲਈ ਸਰਕਾਰ ਵੱਲੋਂ ਜਲਦੀ ਕਦਮ ਉਠਾਏ ਜਾਣ ਦੀ ਮੰਗ ਵੀ ਕੀਤੀ ਗਈ ਹੈ। ਭਾਰਤੀ ਵਿਗਿਆਨੀਆਂ ਨੇ ਇੱਕ ਅਜਿਹਾ ਟੀਕਾ ਤਿਆਰ ਕਰਨ ਦਾ ਦਾਅਵਾ ਕੀਤਾ ਹੈ ਜੋ ਕਿ ਕੋਰੋਨਾ ਵਾਇਰਸ ਦੇ ਸਾਰੇ ਰੂਪਾਂ ਵਿਰੁੱਧ ਅਸਰਦਾਰ ਹੋ ਸਕਦਾ ਹੈ। ਵਾਇਰਸ ਦੇ ਨਵੇਂ ਰੂਪਾਂ ਦੇ ਕਾਰਨ ਵੱਧਦੇ ਮਾਮਲਿਆਂ ਦੀ ਚਿੰਤਾ ਵਿਚਾਲੇ ਪੱਛਮੀ ਬੰਗਾਲ ਵਿੱਚ ਅਸਨੌਸਲ ਦੇ ਕਾਜ਼ੀ ਨਜ਼ਰੂਲ ਯੂਨੀਵਰਸਿਟੀ ਅਤੇ ਭੁਵਨੇਸ਼ਵਰ ਸਥਿਤ ਭਾਰਤੀ ਵਿਗਿਆਨ ਸਿੱਖਿਆ ਅਤੇ ਖੋਜ ਸੰਸਥਾਨ ਦੇ ਵਿਗਿਆਨੀ ਇੱਕ ਅਜਿਹਾ ਟੀਕਾ ਤਿਆਰ ਕੀਤਾ ਹੈ ਜਿਸ ਨੂੰ ਲੈ ਕੇ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਇਹ ਟੀਕਾ ਭਵਿੱਖ ਦੇ ਕਿਸੇ ਵੀ ਕੋਰੋਨਾ ਵਾਇਰਸ ਦੇ ਰੂਪ ਵਿਰੁੱਧ ਅਸਰਦਾਰ ਰਹੇਗਾ। ਖੋਜਕਰਤਾਵਾਂ ਨੇ ਕਿਹਾ ਕਿ ਅਧਿਐਨ ਦੌਰਾਨ ਅਜਿਹੇ ਤਰੀਕੇ ਦੀ ਵਰਤੋਂ ਕੀਤੀ ਗਈ ਹੈ ਜੋ ਕਿ ਕੋਰੋਨਾ ਵਾਇਰਸ ਸਮੇਤ ਵਾਇਰਲ ਲਈ ਜ਼ਿੰਮੇਵਾਰ ਵਾਇਰਸ ਦੇ ਸਾਰੇ ਗਰੁੱਪਾਂ ਵਿਰੁੱਧ ਰੋਗ ਪ੍ਰਤੀਰੋਧਕ ਸਮਰੱਥਾ ਬਣਾਉਣ 'ਚ ਸਹਾਇਕ ਰਹੇਗਾ। ਕਾਜ਼ੀ ਨਜ਼ਰੂਲ ਯੂਨੀਵਰਸਿਟੀ ਦੇ ਸ਼ੋਧਕਰਤਾਵਾਂ ਅਵਗਿਆਨ ਚੌਧਰੀ ਅਤੇ ਸੁਪਰਭਾਤ ਮੁਖਰਜੀ ਦੇ ਨਾਲ ਹੀ IISER ਦੇ ਪਾਰਥ ਸਾਰਥੀ ਨੇਤਾ ਸੈਨਾ ਗੁਪਤਾ, ਸਰੋਜ ਕੁਮਾਰ ਪਾਂਡਾ ਅਤੇ ਮਹਿਲੇ ਕੁਮਾਰ ਰਾਣਾ ਨੇ ਕਿਹਾ ਕਿ ਵਿਕਸਿਤ ਕੀਤਾ ਗਿਆ ਟੀਕਾ ਬੇਹੱਦ ਸਥਿਰ ਪਾਇਆ ਗਿਆ ਹੈ। ਕੈਨੇਡਾ ਤੋਂ 6 ਸਾਲ ਪਹਿਲਾਂ ਦੇਸ਼ ਨਿਕਾਲਾ ਦੇ ਕੇ ਭਾਰਤ ਵਾਪਸ ਮੋੜੇ 32 ਸਾਲਾ ਪੰਜਾਬੀ ਨੌਜਵਾਨ ਜਿੰਮੀ ਸੰਧੂ ਦੀ ਥਾਈਲੈਂਡ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਬ੍ਰਿਟਿਸ਼ ਕੋਲੰਬੀਆ 'ਚ ਗੈਂਗ ਵਿਰੋਧੀ ਟਾਸਕ ਫੋਰਸ ਦੀ ਕੰਬਾਈਨਡ ਫੋਰਸਿਸ ਸਪੈਸ਼ਲ ਐਨਫੋਰਸਮੈਂਟ ਯੂਨਿਟ ਦੀ ਸਾਰਜੈਂਟ ਬ੍ਰੈਂਡਾ ਬਿਨਪਾਨੀ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਜਿੰਮੀ ਸੰਧੂ ਥਾਈਲੈਂਡ ਦੇ ਸ਼ਹਿਰ ਫੁਕਟ ਦੇ ਇੱਕ ਸਮੁੰਦਰ ਕਿਨਾਰੇ ਬਣੇ ਹੋਟਲ ਵਿੱਚ ਠਹਿਰਿਆ ਹੋਇਆ ਸੀ, ਜਿੱਥੇ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਪੰਜਾਬ ਵਿੱਚ ਜਨਮਿਆ ਜਿੰਮੀ ਸੰਧੂ 7 ਸਾਲ ਦੀ ਉਮਰ ਵਿੱਚ ਕੈਨੇਡਾ ਗਿਆ ਸੀ। 2010 ਤੇ 2012 ਵਿੱਚ ਗੈਂਗ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਕਾਰਨ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਸੀ ਤੇ ਗੰਭੀਰ ਅਪਰਾਧਕ ਦੋਸ਼ ਸਾਬਤ ਹੋਣ ਪਿੱਛੋਂ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਜਿੰਮੀ ਸੰਧੂ ਨੂੰ ਦੇਸ਼ ਨਿਕਾਲਾ ਦੇ ਕੇ 2017 ਵਿੱਚ ਭਾਰਤ ਮੋੜ ਦਿੱਤਾ ਸੀ। ਫੇਸਬੁੱਕ ਦਾ ਨਾਮ ਪਿਛਲੇ ਸਾਲ ਅਕਤੂਬਰ ਵਿੱਚ ਬਦਲਿਆ ਗਿਆ ਸੀ, ਜਿਸ ਤੋਂ ਬਾਅਦ ਕੰਪਨੀ ਨੂੰ ਮੇਟਾ ਦੇ ਨਾਮ ਨਾਲ ਜਾਣਿਆ ਜਾ ਰਿਹਾ। ਮੇਟਾ ਦੇ CEO ਮਾਰਕ ਜ਼ਕਰਬਰਗ ਨੇ ਕਿਹਾ ਕਿ ਉਹ ਚਾਹੁੰਦੇ ਨੇ ਕਿ ਦੁਨੀਆ ਉਹਨਾਂ ਦੀ ਕੰਪਨੀ ਨੂੰ ਫੇਸਬੁੱਕ ਦੇ ਤੌਰ ਤੇ ਨਹੀਂ ਸਗੋਂ ਇੱਕ ਮੇਟਾਵਰਸ ਵਜੋਂ ਜਾਣੇ, ਪਰ ਦੁਨੀਆ ਨੂੰ ਕੰਪਨੀ ਦਾ ਨਵਾਂ ਨਾਂ ਰਾਸ ਨਹੀਂ ਆ ਰਿਹਾ। ਨਵੇਂ ਨਾਂ ਤੋਂ ਬਾਅਦ ਵੀ ਵਿਵਾਦ ਕੰਪਨੀ ਦਾ ਪਿੱਛਾ ਨਹੀਂ ਛੱਡ ਰਹੇ। ਮੇਟਾ ਨੇ ਇੱਕ ਬਿਆਨ 'ਚ ਕਿਹਾ ਕਿ ਜੇ ਉਸ ਨੂੰ ਯੂਰੋਪੀਅਨ ਯੂਜ਼ਰਸ ਦਾ ਡਾਟਾ ਦੂਜੇ ਦੇਸ਼ਾਂ ਨਾਲ ਸਾਂਝਾ ਕਰਨ ਦੀ ਆਗਿਆ ਨਹੀਂ ਦਿੱਤੀ ਜਾਂਦੀ ਹੈ ਤਾਂ ਉਸ ਨੂੰ ਆਪਣੀਆਂ ਸੇਵਾਵਾਂ ਬੰਦ ਕਰਨੀਆਂ ਪੈਣਗੀਆਂ। ਮੇਟਾ ਨੇ ਕਿਹਾ ਕਿ ਯੂਜ਼ਰਸ ਦਾ ਡਾਟਾ ਸ਼ੇਅਰ ਨਾ ਕੀਤੇ ਜਾਣ ਕਾਰਨ ਉਸ ਦੀਆਂ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਨੇ। ਯੂਜ਼ਰਸ ਡਾਟਾ ਦੇ ਆਧਾਰ ਤੇ ਕੰਪਨੀ ਯੂਜ਼ਰਸ ਨੂੰ ਇਸ਼ਤਿਹਾਰ ਦਿਖਾਉਂਦੀ ਹੈ। ਮੇਟਾ ਨੇ ਸਾਫ਼ ਤੌਰ ਤੇ ਕਿਹਾ ਕਿ ਉਹ 2022 ਦੀਆਂ ਨਵੀਆਂ ਸ਼ਰਤਾਂ ਨੂੰ ਸਵੀਕਾਰ ਕਰੇਗੀ, ਪਰ ਜੇ ਡਾਟਾ ਟ੍ਰਾਂਸਫਰ ਦੀ ਸਹੂਲਤ ਨਹੀਂ ਮਿਲਦੀ ਤਾਂ ਉਸ ਨੂੰ ਫੇਸਬੁੱਕ, ਇੰਸਟਾਗ੍ਰਾਮ ਸਣੇ ਆਪਣੀਆਂ ਕਈ ਸੇਵਾਵਾਂ ਨੂੰ ਬੰਦ ਕਰਨਾ ਪਏਗਾ। ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਮੈਟਾ ਅਮਰੀਕਾ ਦੇ ਸਰਵਰ ਤੇ ਯੂਰਪ ਯੂਜ਼ਰਸ ਦਾ ਡਾਟਾ ਸਟੋਰ ਕਰ ਰਿਹਾ ਸੀ, ਪਰ ਨਵੇਂ ਨਿਯਮਾਂ ਵਿੱਚ ਡਾਟਾ ਸ਼ੇਅਰਿੰਗ ਤੇ ਮਨਾਹੀ ਹੈ। ਮੈਟਾ ਨੇ ਸਿਕਿਉਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਨੂੰ ਦੱਸਿਆ ਕਿ ਜੇ ਜਲਦ ਤੋਂ ਜਲਦ ਸਰਵਿਸ ਨੂੰ ਲੈ ਕੇ ਨਵਾਂ ਫਰੇਮਵਰਕ ਤਿਆਰ ਨਹੀਂ ਕੀਤਾ ਗਿਆ, ਯੂਰੋਪੀਅਨ ਯੂਨੀਅਨ ਕਾਨੂੰਨ ਮੁਤਾਬਕ ਯੂਜ਼ਰਸ ਦਾ ਡਾਟਾ ਯੂਰਪ ਵਿੱਚ ਨਹੀਂ ਰਹਿਣਾ ਚਾਹੀਦਾ, ਜਦੋਂ ਕਿ ਮੇਟਾ ਦੀ ਮੰਗ ਹੈ ਕਿ ਯੂਜ਼ਰਸ ਦਾ ਡਾਟਾ ਸ਼ੇਅਰ ਕਰਨ ਦੀ ਆਗਿਆ ਮਿਲੇ। ਜ਼ਕਰਬਰਗ ਚਾਹੁੰਦੇ ਨੇ ਕਿ ਯੂਰਪ ਦੇ ਯੂਜ਼ਰਸ ਦਾ ਡਾਟਾ ਅਮਰੀਕੀ ਸਰਵਰ ਤੇ ਵੀ ਸਟੋਰ ਕੀਤਾ ਜਾਵੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪ੍ਰਾਈਵੇਸੀ ਸ਼ੀਲਡ ਐਕਟ ਦੇ ਤਹਿਤ ਯੂਰੋਪੀਅਨ ਡਾਟਾ ਨੂੰ US ਸਰਵਰਾਂ ਤੇ ਟ੍ਰਾਂਸਫਰ ਕੀਤਾ ਜਾਂਦਾ ਸੀ, ਪਰ ਇਸ ਨੂੰ ਕਾਨੂੰਨ ਨੂੰ ਯੂਰੋਪੀਅਨ ਅਦਾਲਤ ਨੇ ਜੁਲਾਈ 2020 ਵਿੱਚ ਖਤਮ ਕਰ ਦਿੱਤਾ। ਗੱਲ-ਗੱਲ ਤੇ ਅਸਤੀਫਾ ਦੇਣ ਤੇ ਤਿੱਖੇ ਸੁਭਾਅ ਕਾਰਨ ਚਰਚਿਤ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵਿਧਾਇਕ ਨਵਜੋਤ ਸਿੰਘ ਸਿੱਧੂ ਵਰਚੁਅਲ ਰੈਲੀ ਵਿੱਚ ਰਾਹੁਲ ਗਾਂਧੀ ਦੀ ਹਾਜ਼ਰੀ ਵਿੱਚ ਵੀ ਤੇਵਰ ਦਿਖਾਉਣੋਂ ਪਿੱਛੇ ਨਾ ਹਟੇ। ਇਸ ਦੇ ਨਾਲ ਹੀ ਉਹਨਾਂ ਨੇ ਵੱਡੇ ਬਾਦਲ ਨੂੰ ਮਚਲਿਆ ਬੁੱਢਾ, ਉਹਨਾਂ ਦੇ ਪੁੱਤਰ ਸੁਖਬੀਰ ਨੂੰ ਕੱਪੀ ਅਤੇ ਰਿਸ਼ਤੇਦਾਰ ਮਜੀਠੀਆ ਤੇ ਤੰਜ ਕੱਸੇ। ਇੱਥੋਂ ਦੇ ਇੱਕ ਰਿਜ਼ੋਰਟ ਵਿੱਚ ਵਰਚੁਅਲ ਰੈਲੀ 'ਚ ਬੋਲਦਿਆਂ ਸਿੱਧੂ ਦੇ ਭਾਸ਼ਣ ਤੋਂ ਸਾਫ਼ ਲੱਗ ਰਿਹਾ ਸੀ ਕਿ ਉਹਨਾਂ ਨੇ ਰਾਹੁਲ ਗਾਂਧੀ ਨਾਲ ਹੋਈ ਗੁਪਤ ਮੀਟਿੰਗ ਵਿੱਚ ਚਰਨਜੀਤ ਸਿੰਘ ਚੰਨੀ ਦਾ ਚਿਹਰਾ ਕਬੂਲ ਕਰ ਲਿਆ, ਪਰ ਇਸ ਦੇ ਨਾਲ ਹੀ ਭਾਸ਼ਣ ਦੌਰਾਨ ਬੰਦ ਕਮਰਾ ਮੀਟਿੰਗ ਵਿੱਚ ਸਰਕਾਰ ਬਣਨ ਤੇ ਉਹਨਾਂ ਵੱਲੋਂ ਤੈਅ ਕੀਤੇ ਫੈਸਲੇ ਨਾ ਲੈਣ ਤੇ ਕੀ ਕਰਨਗੇ ਦੀ ਮਨਸ਼ਾ ਜਗ ਜ਼ਾਹਿਰ ਕਰ ਦਿੱਤੀ। ਉਹਨਾਂ ਨੇ ਸਾਫ਼ ਕਿਹਾ ਕਿ ਰਾਹੁਲ ਜੀ ਸਿੱਧੂ ਐਤਕੀ ਦਰਸ਼ਨੀ ਘੋੜਾ ਨਹੀਂ ਬਣੇਗਾ। ਆਪਣੇ ਫੈਸਲੇ ਲੈਣ ਦੀ ਖੁੱਲ੍ਹ ਮਿਲੀ ਤਾਂ ਮਾਫੀਆ ਖਤਮ ਕਰਕੇ ਪੰਜਾਬ ਨੂੰ ਖੁਸ਼ਹਾਲੀ ਵੱਲ ਲੈ ਕੇ ਜਾਏਗਾ।
ਜਿਹਾ ਕਰਨ ਦਿੱਤਾ ਤਾਂ ਉਸਨੂੰ ਜਿਸ ਨੂੰ ਵੀ ਸੀਐਮ ਬਣਾਉਣਗੇ ਹੱਸ ਕੇ ਉਸ ਦੇ ਨਾਲ ਚੱਲਣਗੇ, ਨਹੀਂ ਤਾਂ ਉਹਨਾਂ ਨੂੰ ਤਾਂ ਹਾਸੇ ਦੇ ਵੀ ਪੈਸੇ ਮਿਲਦੇ ਨੇ। ਸਿੱਧੂ ਨੇ ਅੱਗੇ ਕਿਹਾ ਕਿ ਕਾਂਗਰਸ ਦਾ ਪ੍ਰਧਾਨ ਬਣੇ ਰਹੇ ਤਾਂ ਕਿਸੇ ਵੀ ਵਿਧਾਇਕ ਦੇ ਪੁੱਤ ਨੂੰ ਚੇਅਰਮੈਨੀ ਨਹੀਂ ਮਿਲੇਗੀ, ਚਾਹੇ ਉਹਨਾਂ ਨੂੰ ਅਸਤੀਫਾ ਕਿਉਂ ਨਾ ਦੇਣਾ ਪਵੇ। ਸਿੱਧੂ ਨੇ ਵਿਰੋਧੀਆਂ ਨੂੰ ਲੰਬੇ ਹੱਥੀ ਲੈਂਦਿਆਂ ਕਿਹਾ ਕਿ ਵੱਡਾ ਬਾਦਲ ਬਚਲਿਆ ਬੁੱਢਾ ਹੈ, ਜਿਸ ਨੇ ਰਾਜ ਨਹੀਂ ਸੇਵਾ ਦਾ ਨਾਅਰਾ ਦੇ ਕੇ ਪੰਜਾਬ ਨੂੰ ਲੁੱਟਿਆ, ਜਦਕਿ ਸੇਵਾ 10% ਕੀਤੀ ਅਤੇ 90% ਮੇਵਾ ਖਾਧਾ। ਸੁਖਬੀਰ ਬਾਦਲ ਨੂੰ ਗੱਪੀ ਦੱਸਿਆ ਤੇ ਵਿਕਰਮ ਮਜੀਠੀਆ ਤੇ ਨਿਸ਼ਾਨਾ ਲਾਉਂਦਿਆਂ ਸਿੱਧੂ ਨੇ ਕਿਹਾ ਕਿ ਕੋਠੇ ਤੋਂ ਤੋਤਾ ਬਹਿਣ ਨਹੀਂ ਦੇਣਾ, ਤਸਕਰ ਰਹਿਣ ਨਹੀਂ ਦੇਣਾ। ਇਸ ਦੇ ਨਾਲ ਹੀ ਸਿੱਧੂ ਕੈਪਟਨ ਅਮਰਿੰਦਰ ਸਿੰਘ ਨੂੰ ਲਪੇਟਣਾ ਨਾ ਭੁੱਲੇ। ਉਹਨਾਂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੇਂਦਰੀ ਹਾਕਮਾਂ ਦੇ ਇਸ਼ਾਰੇ ਤੇ ਨੱਚਦਾ ਸੀ, ਹੁਣ ਇਹ ਡਬਲ ਇੰਜਨ ਸਰਕਾਰ ਬਣਾਉਣ ਦੀ ਗੱਲ ਕਰ ਰਿਹਾ, ਇਸ ਦਾ ਇੰਜਨ ਸੀਜ ਹੋ ਚੁੱਕਾ ਹੈ। ਭਾਸ਼ਣ ਦੌਰਾਨ ਵਿਧਾਇਕ ਸਿੱਧੂ ਦੀ ਨਜ਼ਰ ਮੁੱਖ ਮੰਤਰੀ ਚੰਨੀ ਤੇ ਪਈ ਤਾਂ ਉਹਨਾਂ ਨੂੰ ਮੁਸਕਰਾਉਂਦਿਆਂ ਦੇਖ ਮਾਈਕ ਤੋਂ ਹੀ ਕਿਹਾ, ਮੁਸਕਰਾ ਨਾ ਤਾੜੀ ਮਾਰ, ਜਿਸ ਤੇ ਤਾੜੀ ਮਾਰਦੇ ਹੋਏ ਸੀਐਮ ਚੰਨੀ ਉੱਠੇ ਅਤੇ ਭਾਸ਼ਣ ਦੇ ਰਹੇ ਸਿੱਧੂ ਨੂੰ ਜੱਫੀ ਪਾਉਣ ਪੁੱਜੇ। 20 ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕੋਵਿਡ ਪੋਜ਼ਿਟਿਵ ਮਰੀਜ਼ਾਂ ਨੂੰ ਵੋਟ ਪਾਉਣ ਦਾ ਮੌਕਾ ਮਿਲੇਗਾ। ਅਜਿਹਾ ਨਹੀਂ ਹੈ ਕਿ ਕੋਈ ਮਤਦਾਤਾ ਕੋਵਿਡ ਪੋਜ਼ਿਟਿਵ ਹੈ ਤਾਂ ਮਤਦਾਨ ਨਹੀਂ ਕਰ ਸਕੇਗਾ। ਕੋਵਿਡ ਮਰੀਜ਼ਾਂ ਨੂੰ ਜ਼ਿਲ੍ਹਾ ਪੱਧਰ ਤੇ ਚੋਣ ਅਧਿਕਾਰੀਆਂ ਵੱਲੋਂ ਬੈਲਟ ਪੇਪਰ ਮੁਹੱਈਆ ਕਰਵਾਇਆ ਜਾਏਗਾ। ਉਹਨਾਂ ਦੀ ਵੋਟ ਲੈਣ ਲਈ ਚੋਣ ਕਮਿਸ਼ਨ ਦੀ ਟੀਮ ਪੀਪੀ ਕਿੱਟ ਪਾ ਕੇ ਉਹਨਾਂ ਦੇ ਘਰ ਜਾਏਗੀ। ਮਤਦਾਤਾ ਵੋਟ ਕਰੇਗਾ। ਇਸ ਦੇ ਨਾਲ ਮਤਦਾਨ ਬੂਥਾਂ ਤੇ ਵੀ ਕੋਵਿਡ ਫੈਲਣੋਂ ਰੋਕਣ ਤੇ ਪੁਖਤਾ ਪ੍ਰਬੰਧ ਕੀਤੇ ਜਾਣਗੇ। ਇਸ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਬਰਨ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।